ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਬਲਜੀਤ ਸੋਤਾ ਆਕਸਫੋਰਡ ਵੀਜ਼ਾ ਆਫਿਸ ਤੋਂ। ਰੀਸੈਂਟ ਜਿਹੜਾ ਮੇਰਾ ਵਿਜ਼ਿਟ ਸੀ ਬਾਹਰਲੀ ਕੰਟਰੀ ਦਾ, ਉਹ ਮੈਂ ਅਜ਼ਰਬਾਈਜਾਨ ਤੋਂ ਜਾ ਕੇ ਆਇਆ। ਅਜ਼ਰਬਾਈਜਾਨ ਜਿਹੜੀ ਕੰਟਰੀ ਆ, ਇਹ ਸੈਂਟਰਲ ਏਸ਼ੀਆ ਦੀ ਤੇ ਯੂਰਪ ਦੀ, ਮਤਲਬ ਯੂਰਪ ਦੇ ਨਾਲ ਲੱਗਦੀ ਔਰ ਸੈਂਟਰਲ ਏਸ਼ੀਆ ਦੀ ਕੰਟਰੀ ਆ। ਜੋ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਆ, ਤਾਂ ਮੈਂ ਉਸ ਕੰਟਰੀ ਦੇ ਵਿੱਚ ਟਰੈਵਲ ਕੀਤਾ ਤਾਂ ਮੈਨੂੰ ਉੱਥੇ ਬਹੁਤ ਕੁਝ ਲਾਈਕ ਉੱਥੇ ਦੇ ਬਾਰੇ ਵਿੱਚ ਜਾਣਨ ਨੂੰ ਮਿਲਿਆ ਤੇ ਮੈਨੂੰ ਲੱਗਿਆ ਕਿ ਜੋ ਉੱਥੇ ਆਪਣੇ ਪ੍ਰੋਬਲਮ ਚੱਲ ਰਹੀਆਂ ਨੇ ਕਿ ਉਹ ਮੇਰੇ ਵੀਰਾਂ ਦੇ ਨਾਲ ਸ਼ੇਅਰ ਕੀਤੀਆਂ ਜਾਣ ਕਿ ਕਿਸ ਤਰੀਕੇ ਦੇ ਨਾਲ ਉੱਥੇ ਜਾ ਕੇ ਏਜੰਟਾਂ ਤੋਂ ਲੁੱਟੇ ਜਾਂਦੇ ਨੇ ਤੇ ਕਿਸ ਤਰੀਕੇ ਦੇ ਨਾਲ ਉੱਥੇ ਜਾ ਕੇ ਫਸ ਜਾਂਦੇ ਨੇ ਤੇ ਬਾਅਦ ਵਿੱਚ ਵਾਪਸ ਆਉਣ ਦਾ ਰਸਤਾ ਕੀ ਆ। ਤੇ ਮੈਨੂੰ ਲੱਗਿਆ ਕਿ ਇਹ ਸਾਰੀਆਂ ਗੱਲਾਂ ਦਾ ਤੁਹਾਡੇ ਨਾਲ ਡਿਸਕਸ਼ਨ ਕਰ ਲੈਣੀ ਚਾਹੀਦੀ ਆ। ਅਜ਼ਰਬਾਈਜਾਨ ਕੰਟਰੀ ਦੀ ਗੱਲ ਕਰੀਏ ਤਾਂ ਇਹ ਸੈਂਟਰਲ ਏਸ਼ੀਆ ਦੀ ਕੰਟਰੀ ਆ, ਤਾਂ ਇਸਲਾਮਿਕ ਕੰਟਰੀ ਹੈ ਇਹ। ਇਹਦੇ ਨਾਲ ਜਿਹੜੀਆਂ ਕੰਟਰੀਆਂ ਨੇ ਉਹ ਯੂਰਪੀਅਨ ਕੰਟਰੀਆਂ ਨੇ ਨਾਲ ਜਿੰਨੀਆਂ ਲੱਗਦੀਆਂ ਨੇ, ਲਾਈਕ ਅਲਬਾਨੀਆ ਹੋ ਗਈ, ਅਰਮੀਨੀਆ ਹੋ ਗਈ, ਜਾਰਜੀਆ, ਲਾਈਕ ਇਹਨਾਂ ਕੰਟਰੀਆਂ ਦਾ ਇਹ ਗੇਟਵੇ ਮੰਨ ਕੇ ਚੱਲ ਸਕਦੇ ਹੋ ਤੁਸੀਂ। ਤੇ ਜਿਹੜੇ ਸਾਡੇ ਏਜੰਟ ਇੱਥੋਂ ਕੀ ਕਰਦੇ ਨੇ ਕਿ ਏਜੰਟ ਜਿਹੜੇ ਨੇ ਉਹ ਯੂਕਰੇਨ ਦਾ ਵੀਜ਼ਾ ਲਵਾਉਂਦੇ ਨੇ ਜਾਂ ਕਿਸੇ ਹੋਰ ਕੰਟਰੀ ਦਾ, ਛੋਟੀ ਮੋਟੀ ਕੰਟਰੀ ਦਾ ਜਿਹੜਾ ਵੀਜ਼ਾ ਸੌਖਾ ਮਿਲ ਜਾਂਦਾ ਵਾ, ਉਹ ਕੰਟਰੀ ਦਾ ਵੀਜ਼ਾ ਲਗਵਾ ਲੈਂਦੇ ਨੇ। ਤਾਂ ਸਾਡੇ ਵੀਰਾਂ ਨੂੰ, ਪੰਜਾਬੀ ਭਰਾਵਾਂ ਨੂੰ ਤੇ ਹਰਿਆਣੇ ਵਾਲੇ ਜਿਹੜੇ ਵੀਰ ਨੇ, ਇਹਨਾਂ ਨੂੰ ਕੀ ਕਰਦੇ ਨੇ ਕਿ ਉਹ ਪ੍ਰਮੋਟ ਕਰਦੇ ਨੇ ਕਿ ਤੁਹਾਨੂੰ ਅਸੀਂ ਯੂਰਪ ਦੀ ਐਂਟਰੀ ਦਵਾ ਦਾਂਗੇ ਉੱਥੋਂ। ਪਰ ਮੈਂ ਦੱਸ ਦਵਾਂ ਕਿ ਉੱਥੋਂ ਯੂਰਪ ਦੀ ਐਂਟਰੀ ਕਰਨ ਦਾ ਜਿਹੜਾ ਵਾ ਉਹ ਰਾਸਤਾ 1% ਰਾਸਤਾ ਵਾ। ਸਭ ਤੋਂ ਪਹਿਲਾਂ ਜਿਹੜੀ ਅਜ਼ਰਬਾਈਜਾਨ ਦੀ ਇਮੀਗ੍ਰੇਸ਼ਨ ਆ ਉਹ ਬਹੁਤ ਜ਼ਿਆਦਾ ਉਹਨਾਂ ਦੇ ਹਾਰਡ ਐਂਡ ਫਾਸਟ ਰੂਲ ਨੇ। ਤਾਂ ਉੱਥੋਂ ਤੁਸੀਂ ਕਿਸੇ ਹੋਰ ਕੰਟਰੀ ਨੂੰ ਮੂਵ ਕਰ ਜਾਓ, ਉਹ ਪੋਸੀਬਲ ਨਹੀਂ ਹੈਗਾ। ਫਿਰ ਵੀ ਅਗਰ ਕਿਸੇ ਨੇ ਕਿਸੇ ਤਰੀਕੇ ਦੇ ਨਾਲ ਤੁਹਾਨੂੰ ਮੂਵ ਕਰਵਾ ਵੀ ਦਿੰਦੇ ਨੇ ਤਾਂ ਉਹ ਲੋਕ ਜਾ ਕੇ ਅਲਮਾਟੀ ਦੇ ਵਿੱਚ, ਕਜ਼ਾਕਿਸਤਾਨ ਦੇ ਵਿੱਚ ਫਸ ਜਾਂਦੇ ਨੇ ਤੇ ਉਹਨਾਂ ਕੋਲੇ ਫਿਰ ਅੱਗੇ ਜਾਣ ਦਾ ਕੋਈ ਰਸਤਾ ਨਹੀਂ ਮਿਲਦਾ ਉਹਨਾਂ ਨੂੰ। ਤਾਂ ਇਸ ਤਰੀਕੇ ਦੇ ਨਾਲ ਉਹ ਵਿਚਾਰੇ 15-20 ਦਿਨ, ਮਹੀਨਾ, 2 ਮਹੀਨੇ ਖੱਜਲ ਹੋਣ ਦੇ ਬਾਅਦ, ਜਿਹੜੇ ਜੇਬ ਦੇ ਵਿੱਚ ਪੈਸੇ ਹੁੰਦੇ ਨੇ ਉਹ ਵੀ ਖਰਚਣ ਦੇ ਬਾਅਦ ਵਿੱਚ, ਤੇ ਫਿਰ ਉਹ ਵਾਪਸ ਆਉਂਦੇ ਨੇ। ਜਦੋਂ ਮੈਂ ਉੱਥੋਂ 1 ਤਰੀਕ ਨੂੰ ਵਾਪਸ ਆਇਆ ਵਾਂ ਤਾਂ ਮੇਰੇ ਨਾਲ ਵੀ 3 ਜਣੇ ਵਾਪਸ ਆਏ ਨੇ। ਉਹਨਾਂ ਦੇ ਫਾਈਨ ਭਰਾ ਕੇ ਉਹਨਾਂ ਨੂੰ ਮੈਂ ਲੀਗਲ ਤਰੀਕੇ ਦੇ ਨਾਲ ਆਪਣੀ ਕੰਟਰੀ ਦੇ ਵਿੱਚ ਵਾਪਸ ਲੈ ਕੇ ਆਇਆ ਵਾਂ। ਤੇ ਲਾਈਕ ਮੈਨੂੰ ਉਦੋਂ ਵੀ ਕਾਫੀ ਜ਼ਿਆਦਾ ਫੀਲ ਹੋ ਰਿਹਾ ਦੇ ਨੇ ਭੋਲੇ ਭਾਲੇ ਲੋਕ ਸਾਡੇ ਕਿੱਦਾਂ ਫਸ ਜਾਂਦੇ ਨੇ ਇਹਨਾਂ ਏਜੰਟਾਂ ਦੇ ਹੱਥਾਂ ਦੇ ਵਿੱਚ, ਤੇ ਉੱਥੇ ਲਿਜਾ ਕੇ ਬਾਹਰਲੀ ਕੰਟਰੀ 'ਚ ਬਿਠਾ ਕੇ ਉਹ ਉਹਨਾਂ ਨੂੰ ਕਹਿੰਦੇ ਕਿ ਅਸੀਂ ਅਗਲੀ ਕੰਟਰੀ ਵਿੱਚ ਤੁਹਾਨੂੰ ਮੂਵ ਕਰਾਵਾਂਗੇ। ਤਾਂ ਮੂਵ ਕਰਾਉਣ ਦੇ ਬਹਾਨੇ ਉਹ ਕੀ ਕਰਦੇ ਨੇ, ਉੱਥੇ ਉਹਨਾਂ ਦੇ ਕੋਲੋਂ ਪੈਸੇ ਲੈ ਲੈਂਦੇ ਨੇ। 3-4 ਲੱਖ ਰੁਪਇਆ ਉੱਥੋਂ ਅਗਲੀ ਕੰਟਰੀ ਮੂਵ ਕਰਨ ਦਾ ਲੈ ਲੈਂਦੇ ਨੇ। ਤੇ ਲੈਣ ਦੇ ਬਾਅਦ ਵਿੱਚ ਕੋਲੇ ਉਹਨਾਂ ਦੇ ਕੋਈ ਬਹਿੰਦਾ ਨਹੀਂ ਤੇ ਉਹ ਵਿਚਾਰੇ ਉੱਥੇ ਸਿਰਫ ਬ੍ਰੈਡਾਂ ਜੋਗੇ ਰਹਿ ਜਾਂਦੇ ਨੇ। ਤਾਂ ਉੱਥੇ ਆਪਣਾ ਰੂਮ ਦੇ ਰੈਂਟ ਭਰਦੇ ਰਹਿੰਦੇ ਨੇ। ਫਿਰ ਜਦੋਂ ਉਹਨਾਂ ਕੋਲੇ 4 ਪੈਸੇ ਜਿਹੜੇ ਲੈ ਕੇ ਗਏ ਹੁੰਦੇ ਨੇ ਉਹ ਖਤਮ ਹੋ ਜਾਂਦੇ ਆ ਤਾਂ ਫਿਰ ਉਹਨਾਂ ਕੋਲ ਟਿਕਟਾਂ ਕਰਾਉਣ ਦੇ ਲਈ ਵੀ ਵਿਚਾਰਿਆਂ ਕੋਲੇ ਬੈਲੈਂਸ ਨਹੀਂ ਬਚਦਾ। ਤਾਂ ਇਹ ਹਾਲਾਤਾਂ ਵਿੱਚੋਂ ਮੈਂ ਉਹਨਾਂ ਮੁੰਡਿਆਂ ਨੂੰ, ਪਹਿਲਾਂ ਵੀ 3 ਜਾਣਿਆਂ ਨੂੰ ਲੈ ਕੇ ਆਇਆ। ਤਾਂ ਅੱਜ ਮੈਨੂੰ ਸਵੇਰੇ ਹੀ ਇੱਕ ਹਰਿਆਣੇ ਦਾ ਵੀਰ ਸੀਗਾ ਜਿਹੜਾ ਮੇਰੇ ਨਾਲ ਟਰੈਵਲ ਕੀਤਾ, ਜਿਹਨੇ ਫਲਾਈਟ ਦੇ ਵਿੱਚ, ਉਹਦੀ ਮੈਨੂੰ ਕਾਲ ਆਈ ਤਾਂ ਕਿ ਭਾਜੀ ਮੈਨੂੰ 1 ਮਹੀਨਾ ਹੋ ਗਿਆ, 23 ਤਰੀਕ ਨੂੰ ਅਸੀਂ ਉੱਥੇ ਐਂਟਰ ਕੀਤਾ ਸੀ, ਮੈਨੂੰ 1 ਮਹੀਨਾ ਹੋ ਗਿਆ ਕਿ ਮੇਰੇ ਏਜੰਟ ਨੇ ਅੱਗੇ ਦਾ ਮੇਰਾ ਕੁਝ ਕੰਮ ਨਹੀਂ ਕਰਾਇਆ। ਜਦੋਂ ਕਿ ਮੈਂ ਉਹਨੂੰ ਪਹਿਲਾਂ ਹੀ ਕਿਹਾ ਸੀ ਕਿ ਇੱਥੋਂ ਤੇਰਾ ਕੰਮ ਵੀਰੇ ਬਹੁਤ ਮੁਸ਼ਕਲ ਆ ਤੇ ਚਲੋ ਠੀਕ ਹੈ। ਉਸ ਸਮੇਂ ਉਹ ਇਨਫਲੂਐਂਸ ਵਿੱਚ ਸੀ ਆਪਣੇ ਏਜੰਟ ਦੇ। ਤਾਂ ਏਜੰਟ ਨੇ ਉਹਨਾਂ ਕੋਲੋਂ ਪੈਸੇ ਜਿਹੜੇ ਸੀ, ਉਹਨਾਂ ਨੇ ਕੀ ਕੀਤਾ ਕਿ ਉੱਥੋਂ ਦੀ ਕੰਟਰੀ ਦੇ, ਲਾਈਕ ਯੂਕਰੇਨ ਦਾ ਜਿਹੜਾ ਵਾ, ਉਹਨਾਂ ਨੂੰ ਇੱਕ ਵੀਜ਼ਾ ਦਵਾਤਾ, ਯੂਕਰੇਨ ਦਾ ਵੀਜ਼ਾ ਦਵਾਤਾ। ਤੇ ਯੂਕਰੇਨ ਕਹਿੰਦੇ ਕਿ ਅਸੀਂ ਇੱਥੋਂ ਅਜ਼ਰਬਾਈਜਾਨ ਭੇਜਾਂਗੇ, ਅਜ਼ਰਬਾਈਜਾਨ ਤੋਂ ਤੁਹਾਨੂੰ ਅਸੀਂ ਮਲਦੋਵਾ ਦੀ ਐਂਟਰੀ ਦਵਾਵਾਂਗੇ ਤੇ ਮਲਦੋਵਾ ਤੋਂ ਅਸੀਂ ਤੁਹਾਨੂੰ ਯੂਕਰੇਨ ਤੋਂ ਹੰਗਰੀ, ਠੀਕ ਹੈ ਵੀ ਇਹਨਾਂ ਕੰਟਰੀਆਂ ਦੇ ਵਿੱਚੋਂ ਅਸੀਂ ਤੁਹਾਨੂੰ ਸ਼ੈਂਗਨ ਦੇ ਵਿੱਚ ਐਂਟਰ ਕਰਾ ਦਾਂਗੇ। ਪਰ ਮਲਦੋਵਾ ਨੇ ਕਈ ਵਾਰੀ ਮਲਦੋਵਾ ਐਂਟਰੀ ਦੇ ਦਿੰਦਾ, ਕਈ ਵਾਰੀ ਨਹੀਂ ਦਿੰਦਾ। ਤੇ ਮਲਦੋਵਾ ਦਾ ਵੀਜ਼ੇ ਦੀ ਉਹਨਾਂ ਦੇ ਕੋਲ ਜਿਹੜੀ ਮਿਆਦ ਸੀ ਉਹ ਸਿਰਫ 1 ਵੀਕ ਦੀ ਸੀਗੀ, ਰਹਿੰਦੀ ਸੀਗੀ ਉਸ ਸਮੇਂ। ਤਾਂ ਉਹਨਾਂ ਨੂੰ 1 ਵੀਕ ਦੇ ਵਿੱਚ ਉਹਨੇ ਮੂਵ ਨਹੀਂ ਕਰਾਇਆ। ਤਾਂ ਹੁਣ ਮਲਦੋਵਾ ਦਾ ਰਸਤਾ ਬੰਦ ਹੋ ਗਿਆ, ਯੂਕਰੇਨ ਜਾਣਗੇ ਕਿੱਦਾਂ? ਯੂਕਰੇਨ ਦੇ ਵਿੱਚ ਕੋਈ ਫਲਾਈਟ ਨਹੀਂ ਜਾਂਦੀ। ਤਾਂ ਦਿੱਕਤ ਹੁਣ ਉਹ ਵਿਚਾਰੇ ਕਹਿੰਦੇ ਨੇ ਕਿ ਸਾਨੂੰ ਕੋਈ ਅੱਗੇ ਭੇਜ ਦੇਵੇ। ਅੱਗੇ ਜਾਣ ਦਾ ਕੋਈ ਉੱਥੋਂ ਰਸਤਾ ਨਹੀਂ ਹੈਗਾ, ਠੀਕ ਹੈ। ਕਿਸੇ ਤਰੀਕੇ ਦੇ ਨਾਲ, ਲੀਗਲ ਤਰੀਕੇ ਦੇ ਨਾਲ ਤਾਂ ਉੱਥੋਂ ਮੂਵ ਹੋਣਾ ਬਹੁਤ ਜ਼ਿਆਦਾ ਮੁਸ਼ਕਿਲ ਆ। ਤਾਂ ਇਹ ਸਾਰੀਆਂ ਦਿੱਕਤਾਂ ਨੂੰ ਮੈਂ ਦੇਖਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਵੀਰ ਵੀ ਇੰਡੀਆ ਤੋਂ ਸਹੀ ਤਰੀਕੇ ਦੇ ਨਾਲ ਵੀਜ਼ਾ ਲਵੋ, ਸਹੀ ਤਰੀਕੇ ਨਾਲ ਡਾਕੂਮੈਂਟੇਸ਼ਨ ਦੇ ਉੱਤੇ ਵੀਜ਼ਾ ਲਵੋ ਤਾਂ ਤੁਸੀਂ ਮੂਵ ਕਰ ਜਾਓ। ਪਰ ਇਸ ਤਰੀਕੇ ਦਾ ਇਲੀਗਲ ਇਮੀਗ੍ਰੇਸ਼ਨ ਦੇ ਅਕੋਰਡਿੰਗਲੀ ਅਗਰ ਤੁਸੀਂ ਜਾਂਦੇ ਹੋ ਤਾਂ ਕਿਤੇ ਵੀ ਤੁਹਾਡੀ ਲਾਈਫ ਨੂੰ ਹਾਨੀ ਹੋ ਸਕਦੀ ਹੈ ਤੇ ਮੈਂ ਇਸ ਚੀਜ਼ ਦੇ ਵਿੱਚ ਕਦੀ ਵੀ ਤੁਹਾਨੂੰ ਪ੍ਰਮੋਟ ਨਹੀਂ ਕਰੂੰਗਾ। ਤਾਂ ਮਤਲਬ ਇਹ ਤਾਂ ਹੈਗਾ ਕਿ ਜਿਹੜੇ ਏਜੰਟ ਕਰਦੇ ਨੇ। ਹੁਣ ਮੈਂ ਤੁਹਾਨੂੰ ਦੱਸਦਾ ਵਾਂ, ਜਿਹੜੇ ਲੋਕ ਇੱਥੋਂ ਅਜ਼ਰਬਾਈਜਾਨ ਦੇ ਲਈ ਜਾਂਦੇ ਨੇ, ਇੱਕ ਤਰਨਤਾਰਨ ਤੋਂ ਮੈਨੂੰ ਬੇਟੇ ਦਾ ਫੋਨ ਆਇਆ, ਬੱਚੇ ਦਾ, ਕਿ ਭਾਜੀ ਏਜੰਟ ਨੇ ਮੇਰੇ ਤੋਂ ਬਾਕੂ ਦਾ ਵੀਜ਼ੇ ਦੇ ਲਈ 3 ਲੱਖ ਰੁਪਇਆ ਜਿਹੜਾ ਵਾ ਉਹ
ਲਿਆ ਵਾ ਤੇ ਵੀਜ਼ਾ ਮੈਨੂੰ ਫਿਰ ਵੀ ਨਹੀਂ ਦਵਾਇਆ। 3 ਲੱਖ ਰੁਪਏ ਲੈਣ ਦੇ ਬਾਅਦ ਵੀ ਬਾਕੂ ਦਾ ਵੀਜ਼ਾ ਮੈਨੂੰ ਫਿਰ ਵੀ ਨਹੀਂ ਦਵਾਇਆ ਤੇ ਮੈਂ ਹੁਣ ਉਹ ਤੋਂ ਪਾਸਪੋਰਟ ਵਾਪਸ ਲੈ ਰਿਹਾ ਹਾਂ। ਕੀ ਤੁਸੀਂ ਮੈਨੂੰ ਵੀਜ਼ਾ ਪ੍ਰੋਵਾਈਡ ਕਰਵਾ ਦੋਗੇ ਇਹਦਾ? ਤੇ ਮੈਂ ਉਹਨੂੰ ਦੱਸਿਆ ਕਿ ਬੇਟੇ ਕਿ ਤੇਰੀ ਅਸੀਂ ਵੀਜ਼ਾ ਲੈਣ ਦੇ ਵਿੱਚ ਪੂਰੀ ਹੈਲਪ ਕਰ ਦਾਂਗੇ ਕਿ ਅਜ਼ਰਬਾਈਜਾਨ ਦਾ ਜਿਹੜਾ ਵੀਜ਼ਾ ਵਾ ਇਹ ਤੁਹਾਨੂੰ ਔਨ ਅਰਾਈਵਲ ਵੀ ਇੰਡੀਅਨ ਪਾਸਪੋਰਟ ਨੂੰ ਮਿਲਦਾ ਵਾ। ਤਾਂ ਔਨ ਅਰਾਈਵਲ ਕਿੱਦਾਂ ਮਿਲਦਾ ਵਾ ਮੈਂ ਆਪਣੀ ਵੀਡੀਓ ਨੂੰ ਇਸ ਵੀਡੀਓ ਦੇ ਨਾਲ ਅਟੈਚ ਕਰ ਰਿਹਾ ਵਾਂ, ਤਾਂ ਇਹਨੂੰ ਤੁਸੀਂ ਦੇਖ ਲਿਓ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਔਨ ਅਰਾਈਵਲ ਵੀਜ਼ਾ ਮਿਲ ਜਾਂਦਾ ਵਾ। ਤੇ ਜੇ ਅਸੀਂ ਪਹਿਲਾਂ ਜਾਣ ਤੋਂ ਵੀਜ਼ਾ ਲੈਣਾ ਚਾਹੁੰਦੇ ਆ ਤਾਂ ਉਹ ਵੀ ਵੀਜ਼ਾ ਇਹਦਾ ਕੋਈ ਮਹਿੰਗਾ ਨਹੀਂ ਹੈਗਾ, ਉਹਦੀ ਕੋਸਟ ਵੀ 2 ਤੋਂ 3000 ਰੁਪਇਆ ਵਾ। ਤਾਂ ਜੇ ਤੁਸੀਂ ਕੋਈ ਐਕਸਟਰਾ ਲਾਈਕ ਇੰਸ਼ੋਰੈਂਸ ਵਗੈਰਾ ਪਾ ਕੇ ਅਗਰ ਤੁਸੀਂ ਵੀਜ਼ਾ ਲੈਣਾ ਵੀ ਚਾਹੁੰਦੇ ਹੋ ਤਾਂ 5000 ਤੋਂ ਇਹਦੀ ਐਕਸਟਰਾ ਕੁਝ ਕੋਸਟਿੰਗ ਨਹੀਂ ਪੈਂਦੀ। ਤਾਂ ਇਹਦਾ ਵੀਜ਼ਾ ਜਿਹੜਾ ਵਾ ਸਾਰਿਆਂ ਨੂੰ ਮਿਲ ਜਾਂਦਾ ਵਾ, 99% ਇਹ ਵੀਜ਼ਾ ਮਿਲ ਹੀ ਜਾਂਦਾ ਵਾ। ਤੇ ਇਸ ਕਰਕੇ ਤੁਸੀਂ ਕਿਸੇ ਵੀ ਏਜੰਟ ਦੇ ਹੱਥੀ ਨਾ ਫਸੋ ਕਿ ਤੁਸੀਂ 2-2 ਲੱਖ 3-3 ਲੱਖ ਰੁਪਏ ਇੱਕ ਅਜ਼ਰਬਾਈਜਾਨ ਬਾਕੂ ਦਾ ਵੀਜ਼ਾ ਲੈਣ ਦੇ ਲਈ ਤੁਸੀਂ ਲਗਾਓ। ਇਹ ਜਿਹੜਾ ਕੰਟਰੀ ਦਾ ਵੀਜ਼ਾ ਵਾ ਤੁਹਾਨੂੰ ਇਹ 15 ਦਿਨ ਦਾ ਤੁਹਾਨੂੰ ਵੀਜ਼ਾ ਉੱਥੇ ਗਿਆ ਨੂੰ ਮਿਲੂਗਾ ਤੇ ਜੇ ਤੁਸੀਂ ਇੱਥੋਂ ਅਪਲਾਈ ਕਰਦੇ ਹੋ ਤੁਹਾਨੂੰ 1 ਮਹੀਨੇ ਦਾ ਵੀਜ਼ਾ ਮਿਲੂਗਾ। ਵੀਜ਼ਾ ਚਾਹੇ ਤੁਹਾਨੂੰ 1 ਮਹੀਨੇ ਦਾ ਮਿਲਦਾ ਜਾਂ ਉੱਥੋਂ ਐਂਟਰੀ 15 ਦਿਨ ਦੀ ਮਿਲਦੀ ਆ। ਇਹ ਦੋਨਾਂ ਐਂਟਰੀਆਂ ਦੇ ਵਿੱਚ ਕੀ ਹੁੰਦਾ ਵਾ ਕਿ ਆਫਟਰ 15 ਡੇਜ਼ ਲਾਈਕ ਆਫਟਰ 14 ਡੇਜ਼ ਤੁਹਾਨੂੰ ਉੱਥੇ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ, ਜਿਹੜੀ ਫ੍ਰੀ ਆਫ ਕੋਸਟ ਰਜਿਸਟ੍ਰੇਸ਼ਨ ਆ। ਜਿਹੜੇ ਹੋਟਲ ਦੇ ਵਿੱਚ ਤੁਸੀਂ ਰੁਕੇ ਹੋ ਜਾਂ ਹੋਸਟਲ ਦੇ ਵਿੱਚ ਰੁਕੇ ਹੋ ਉਹ ਵੀ ਤੁਹਾਨੂੰ ਜਿਹੜੀ ਰਜਿਸਟ੍ਰੇਸ਼ਨ ਆ ਉਹ ਕਰਵਾ ਕੇ ਦੇ ਦਿੰਦੇ ਨੇ, ਜਿਹਦਾ ਕੋਈ ਚਾਰजेस ਨਹੀਂ ਹੁੰਦਾ। 15 ਦਿਨ ਦੀ ਤੁਸੀਂ ਐਕਸਟੈਂਸ਼ਨ ਵੀਜ਼ੇ ਦੀ ਜਿਹੜੀ ਆ ਉਹ ਤੁਸੀਂ ਲੈ ਸਕਦੇ ਹੋ। ਅਗਰ ਤੁਸੀਂ ਐਕਸਟੈਂਸ਼ਨ ਦੇ ਵਿੱਚ ਐਕਸਟੈਂਸ਼ਨ ਜਿਹੜੀ 15 ਡੇਜ਼ ਦੀ ਲਈ ਆ ਉਹਦੇ ਬਾਅਦ ਵੀ ਤੁਸੀਂ ਆਪਣੀ ਕੰਟਰੀ ਦੇ ਵਿੱਚ ਵਾਪਸ ਨਹੀਂ ਆਉਂਦੇ ਜਾਂ ਉਹ ਕੰਟਰੀ ਨੂੰ ਨਹੀਂ ਲੀਵ ਕਰਦੇ ਤਾਂ ਕੀ ਕਰਨਾ ਮੈਂ ਕਿ ਤੁਹਾਨੂੰ ਉੱਥੇ ਸਭ ਤੋਂ ਪਹਿਲਾਂ 400 ਜਿਹੜੇ ਮਨਾਤ ਨੇ ਉਹ ਤੁਹਾਨੂੰ ਜੁਰਮਾਨਾ ਪੈਂਦਾ ਵਾ। ਤਾਂ ਜੁਰਮਾਨਾ ਪੈਂਦਾ ਤਾਂ ਤੁਸੀਂ ਆਪਣੀ ਕੰਟਰੀ ਵਿੱਚ ਵਾਪਸ ਆ ਸਕਦੇ ਹੋ। ਬਟ ਜੇ ਤੁਸੀਂ ਉਸ ਤੋਂ ਵੀ ਉੱਪਰ ਲਾਈਕ ਉਹਨਾਂ ਦਿਨਾਂ ਦੇ ਵਿੱਚ 1-2-4 ਦਿਨਾਂ ਦੇ ਵਿੱਚ ਵਾਪਸ ਨਾ ਆਏ ਵੀਜ਼ਾ ਐਕਸਪਾਇਰ ਹੋਣ ਦੇ ਬਾਅਦ ਤਾਂ ਤੁਹਾਨੂੰ 402 ਜਿਹੜੇ ਹੈਗੇ ਨੇ ਮਨਾਤ ਉਹ ਤੁਹਾਨੂੰ ਇੱਕ ਜੁਰਮਾਨਾ ਹੋਰ ਪੈਂਦਾ ਵਾ ਇਲੀਗਲ ਰਹਿਣ ਦਾ ਉੱਥੇ। ਮਤਲਬ ਤੁਸੀਂ 800 ਮਨਾਤ ਜਿਹੜੇ ਆ ਉੱਥੇ ਪੇ ਕਰਕੇ ਤੁਸੀਂ ਆਪਣੀ ਕੰਟਰੀ ਵਿੱਚ ਵਾਪਸ ਆ ਸਕਦੇ ਹੋ। ਤਾਂ ਇਸ ਕਰਕੇ ਮੇਰੀ ਇਹੀ ਵੀਰਾਂ ਨੂੰ ਆ ਕਿ ਤੁਸੀਂ ਆਪਣਾ ਵੀਜ਼ਾ ਐਕਸਟੈਂਸ਼ਨ ਦੇ ਬਾਅਦ ਵਿੱਚ ਇਨ ਪੀਰੀਅਡ ਜਿਹੜਾ ਵਾ ਤੁਸੀਂ ਆਪਣੀ ਕੰਟਰੀ ਦੇ ਵਿੱਚ ਆ ਜਾਓ। ਉੱਥੋਂ ਤੁਹਾਡਾ ਕੁਝ ਨਹੀਂ ਬਣਨ ਵਾਲਾ। ਤੁਸੀਂ ਉੱਥੇ ਏਜੰਟਾਂ ਦੀਆਂ ਉਮੀਦਾਂ ਦੇ ਵਿੱਚ ਨਾ ਰਹੋ, ਏਜੰਟਾਂ ਦੀਆਂ ਗੱਲਾਂ ਦੇ ਵਿੱਚ ਨਾ ਰਹੋ ਕਿ ਤੁਸੀਂ ਉੱਥੇ ਏਜੰਟਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਤੁਸੀਂ ਉੱਥੇ ਬੈਠੇ ਰਹੋ ਤੇ ਤੁਸੀਂ ਅਗਲੀ ਕੰਟਰੀ 'ਚ ਮੂਵ ਹੋ ਜਾਓਗੇ। ਉੱਥੋਂ ਅੱਗੇ ਜਾਣ ਦਾ ਕਿਸੇ ਤਰੀਕੇ ਦੇ ਨਾਲ ਕੋਈ ਰਸਤਾ ਨਹੀਂ ਤੇ ਬਹੁਤ ਰੇਅਰ ਚਾਂਸ ਆ ਅਗਰ ਤੁਹਾਡੇ ਕਿਸੇ ਵੱਡੀ ਕੰਟਰੀ ਦਾ ਵੀਜ਼ਾ ਲੱਗਿਆ ਹੋਇਆ ਜਾਂ ਤੁਸੀਂ ਟਰੈਵਲਰ ਹੋ, ਤੁਹਾਡੀ ਕੰਟਰੀ ਤੁਹਾਡੇ ਪਾਸਪੋਰਟ ਦੇ ਉੱਤੇ ਕਈ ਵੀਜ਼ੇ ਪਹਿਲਾਂ ਵੀ ਲੱਗੇ ਹੋਏ ਨੇ, ਤੁਸੀਂ ਪਹਿਲਾਂ ਵੀ ਟਰੈਵਲ ਕੀਤਾ, ਸਿਰਫ ਇਸ ਕੰਡੀਸ਼ਨ ਦੇ ਉੱਤੇ ਹੀ ਤੁਸੀਂ ਉਹ ਕੰਟਰੀ ਤੋਂ ਦੂਸਰੀ ਕੰਟਰੀ ਨੂੰ ਮੂਵ ਕਰ ਸਕਦੇ ਹੋ। ਨੈਕਸਟ, ਜੇ ਤੁਸੀਂ ਉਸ ਕੰਟਰੀ ਦੇ ਵਿੱਚ ਤੁਸੀਂ ਰਹਿਣਾ ਚਾਹੁੰਦੇ ਹੋ ਤਾਂ ਉਸ ਕੰਟਰੀ ਦੇ ਵਿੱਚ ਤੁਸੀਂ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਟੈਂਪਰੇਰੀ ਰੈਜ਼ੀਡੈਂਸ ਕਾਰਡ ਜਿਹੜਾ ਵਾ ਤੁਸੀਂ ਆਪਣਾ ਉੱਥੋਂ ਸਰਟੀਫਿਕੇਟ ਜਿਹੜਾ ਵਾ ਉੱਥੋਂ ਆਪਣਾ ਅਪਲਾਈ ਕਰ ਸਕਦੇ ਹੋ। ਤਾਂ ਉਹ ਜਿਹੜਾ ਵਾ ਤੁਹਾਨੂੰ 20 ਤੋਂ 25 ਦਿਨਾਂ ਦੇ ਵਿੱਚ ਉੱਥੋਂ ਦੀ TRC ਤੁਹਾਨੂੰ ਅਵੇਲੇਬਲ ਹੋ ਜਾਊਗੀ, ਮਿਲ ਜੂਗੀ। ਤੇ ਉਹ TRC ਦੇ ਜਿਹੜੇ ਬੈਨੀਫਿਟ ਆ ਉਹਦੇ ਨਾਲ ਤੁਸੀਂ ਜਿਹੜੀਆਂ ਨੀਅਰੈਸਟ ਕੰਟਰੀਜ਼ ਨੇ ਜਿਵੇਂ ਜਾਰਜੀਆ, ਅਲਬਾਨੀਆ, ਇਹਨਾਂ ਕੰਟਰੀਆਂ ਦਾ ਤੁਹਾਨੂੰ ਔਨ ਅਰਾਈਵਲ ਵੀਜ਼ਾ ਉਸ ਕੰਟਰੀ ਦੇ TRC ਦੇ ਉੱਤੇ ਹੀ ਤੁਹਾਨੂੰ ਮਿਲ ਜਾਂਦਾ, ਤੁਹਾਨੂੰ ਉੱਥੋਂ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ ਪੈਂਦੀ। ਤਾਂ ਅਗਰ ਤੁਸੀਂ ਲਾਈਕ ਉੱਥੇ TRC ਲੈ ਲੈਂਦੇ ਹੋ ਤਾਂ ਉਹਦੇ ਤੁਹਾਨੂੰ ਹੋਰ ਵੀ ਕਾਫੀ ਜ਼ਿਆਦਾ ਫਾਇਦੇ ਨੇ ਤਾਂ ਜਿਹਦੀ ਕੋਈ ਜ਼ਿਆਦਾ ਕੋਸਟ ਨਹੀਂ ਹੁੰਦੀ। ਤਾਂ ਤੁਸੀਂ ਲੇਕਿਨ ਉਹਦੇ ਜਿਹੜੇ TRC ਦੇ ਨੇ ਬੈਨੀਫਿਟ ਬਹੁਤ ਜ਼ਿਆਦਾ ਉੱਥੇ ਲੈ ਸਕਦੇ ਹੋ। ਤੇ ਇਹ ਜਿਹੜੀ TRC ਦੇ ਜੇ ਉੱਥੋਂ ਤੁਹਾਨੂੰ ਕੋਈ ਲੋਕਲ ਏਜੰਸੀ ਇਸ ਤੋਂ TRC ਅਪਲਾਈ ਕਰਕੇ TRC ਲੈ ਕੇ ਦਿੰਦੀ ਆ ਤਾਂ ਉਹਦੀ ਕੋਸਟ ਵੀ ਟੂ ਮੱਚ ਨਹੀਂ ਹੈਗੀ। ਇਹਦੀ TRC ਦੀ ਜਿਹੜੀ ਕੋਸਟ ਵਾ ਉਹ $2000 ਦੇ ਕਰੀਬ ਹੈਗੀ ਆ, ਠੀਕ ਹੈ। ਜੇ ਤੁਸੀਂ ਜ਼ਿਆਦਾ ਕੋਈ ਖਰਚਾ ਹੀ ਪਾਉਂਦੇ ਹੋ $2000 ਤੋਂ $2500 ਤੋਂ ਉਹਦੀ ਜ਼ਿਆਦਾ ਜਿਹੜੀ ਕੋਸਟ ਨਹੀਂ ਹੈਗੀ। ਤਾਂ ਮੈਂ ਸਭ ਨੂੰ ਇਹੀ ਕਹੂੰਗਾ ਜੇ ਉੱਥੇ ਕਿਸੇ ਨੇ ਐਡਵਾਈਸ ਮੇਰੇ ਵੱਲੋਂ ਇਹੀ ਹੈ ਕਿ ਜੇ ਉੱਥੇ ਕੋਈ ਸਟੇ ਕਰਨਾ ਚਾਹੁੰਦਾ ਵਾ ਤਾਂ ਉੱਥੇ TRC ਅਪਲਾਈ ਕਰ ਦਿਓ। TRC ਦੇ ਉੱਤੇ ਤੁਸੀਂ ਉੱਥੇ ਸਟੇ ਕਰੋ, ਬਟ ਇਲੀਗਲ ਉੱਥੇ ਸਟੇ ਨਾ ਕਰੋ। ਉਹਦਾ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਆ। ਤੁਹਾਡੇ ਜਿਹੜਾ ਰਿਕਾਰਡ ਆ ਉਹ ਵੀ ਰਿਕਾਰਡ ਦੇ ਵਿੱਚ ਵੀ ਆ ਜਾਂਦਾ ਵਾ ਕਿ ਤੁਸੀਂ ਇਲੀਗਲ ਉੱਥੇ ਕੰਟਰੀ ਦੇ ਵਿੱਚ ਤੁਸੀਂ ਜੇਕਰ ਤੁਸੀਂ ਉਹ ਕੰਟਰੀ ਦੀ ਜਿਹੜੀ ਆ TRC ਤੁਸੀਂ ਮਿਲ ਵੀ ਜਾਂਦੀ ਆ ਤਾਂ ਉੱਥੇ ਕੰਮ ਜਿਹੜਾ ਵਾ ਉੱਥੇ ਬਾਕੂ ਦੇ ਵਿੱਚ ਠੰਡ ਜ਼ਿਆਦਾ ਹੋਣ ਦੇ ਕਰਕੇ ਕੰਮ ਜਿਹੜਾ ਵਾ ਉੱਥੇ ਕੰਮ ਦੀ ਅਵੇਲੇਬਿਲਿਟੀ ਬਹੁਤ ਜ਼ਿਆਦਾ ਘੱਟ ਆ। ਬਸ ਤੁਸੀਂ ਉਹ TRC ਦਾ ਜਿਹੜਾ ਬੈਨੀਫਿਟ ਆ ਤੁਸੀਂ ਅੱਗੇ ਕਿਸੇ ਕੰਟਰੀ ਦੇ ਲਈ ਮੂਵ ਹੋਣ ਦੇ ਲਈ, ਜਿਵੇਂ ਕਿਸੇ ਹੋਰ ਕੰਟਰੀ ਦਾ ਵਰਕ ਪਰਮਿਟ ਲੈਣ ਦੇ ਲਈ ਲਾਈਕ ਹੰਗਰੀ ਦਾ ਵਰਕ ਪਰਮਿਟ ਉੱਥੇ TRC ਦੇ ਉੱਤੇ ਈਜ਼ੀਲੀ ਮਿਲ ਜਾਂਦਾ ਵਾ, ਜਾਂ ਕਿਸੇ ਵੀ ਕੰਟਰੀ ਦਾ ਜਿਹੜਾ ਵਾ ਵਰਕ ਪਰਮਿਟ ਦੇ ਲਈ ਤੁਸੀਂ ਉਹ TRC ਨੂੰ ਯੂਜ਼ ਕਰ ਸਕਦੇ ਹੋ। ਬਟ ਉਹਦਾ ਵਰਕ ਉੱਥੇ ਮਿਲਣਾ ਤਾਂ ਬਹੁਤ ਮਤਲਬ ਰੇਅਰ ਚਾਂਸਿਸ ਨੇ। ਹਾਂ, ਪਰ ਤੁਸੀਂ ਉਹ TRC ਨੂੰ ਜਿਹੜਾ ਵਾ ਉਹ ਤੁਸੀਂ ਯੂਜ਼ ਕਰ ਸਕਦੇ ਹੋ। ਅਗਰ ਤੁਸੀਂ ਉਸ ਕੰਟਰੀ ਦੇ ਵਿੱਚ ਇੱਥੋਂ ਟਿਕਟ ਲੈ ਕੇ ਚਲੇ ਜਾਂਦੇ ਹੋ, ਪਹਿਲੀ ਗੱਲ ਤਾਂ ਬਿਨਾਂ ਵੀਜ਼ੇ ਦੇ ਤੁਹਾਨੂੰ ਦਿੱਲੀ ਤੋਂ ਤਾਂ ਟਰੈਵਲ ਕਰਨ ਹੀ ਨਹੀਂ ਦੇਣਗੇ।
ਠੀਕ ਹੈ। ਤੇ ਜੇ ਫਿਰ ਵੀ ਤੁਸੀਂ ਉੱਥੇ ਕੰਟਰੀ ਤੇ ਕਿਤੇ ਹੋਰ ਡੈਸਟੀਨੇਸ਼ਨ ਤੋਂ ਲਾਈਕ ਜੈਪੁਰ ਤੋਂ ਚਲੇ ਜਾਂਦੇ ਹੋ ਤੁਸੀਂ ਉਸ ਕੰਟਰੀ ਦੇ ਵਿੱਚ, ਤੁਹਾਡੇ ਕੋਲ ਵੀਜ਼ਾ ਨਹੀਂ ਹੈਗਾ ਤਾਂ ਕੋਈ ਟੈਨਸ਼ਨ ਲੈਣ ਦੀ ਤੁਹਾਨੂੰ ਜ਼ਰੂਰਤ ਨਹੀਂ। ਇਹ ਵੀਜ਼ਾ ਜਿਹੜਾ ਵਾ ਉਹ ਤੁਹਾਨੂੰ ਉੱਥੇ ਜਦੋਂ ਤੁਸੀਂ 에ਅਰਪੋਰਟ ਦੇ ਉੱਤੇ ਤੁਸੀਂ ਉਤਰੋਗੇ ਤਾਂ ਐਂਟਰੀ ਕਰਦੇ ਇਮੀਗ੍ਰੇਸ਼ਨ ਤੋਂ ਪਹਿਲਾਂ ਤੁਹਾਨੂੰ ਉੱਥੇ ਮਸ਼ੀਨਸ ਲੱਗੀਆਂ ਮਿਲ ਜਾਣਗੀਆਂ ਵੀਜ਼ਾ ਦੇ ਲਈ, ਜਿੱਥੋਂ ਤੁਸੀਂ ਆਪਣਾ ਵੀਜ਼ਾ ਜਿਹੜਾ ਵਾ ਖੁਦ ਜਨਰੇਟ ਕਰ ਸਕਦੇ ਹੋ। ਬਹੁਤ ਸਿੰਪਲ ਪ੍ਰੋਸੀਜਰ ਆ ਤੇ ਫ੍ਰੀ ਆਫ ਕੋਸਟ ਵੀਜ਼ਾ ਵਾ, ਉਹਦੇ ਕੋਈ ਤੁਸੀਂ ਚਾਰजेस ਨਹੀਂ ਪੇ ਕਰਨੇ ਤੇ ਕਿਸੇ ਕੋਲੋਂ ਵੀ ਤੁਸੀਂ ਇਹਦੇ ਲਈ ਮਿਸਗਾਈਡ ਨਹੀਂ। ਮੈਂ ਆਪਣੇ ਵੀਰਾਂ ਨੂੰ ਦੱਸਣਾ ਚਾਹੁੰਦਾ ਵਾ ਜਿਹੜੇ ਵੀਰ ਵੀ ਏਜੰਟਾਂ ਦੇ ਕੋਲੋਂ ਉੱਥੇ ਪਹੁੰਚੇ ਹੋਏ ਨੇ ਬਾਕੂ ਦੇ ਵਿੱਚ, ਅਜ਼ਰਬਾਈਜਾਨ ਦੇ ਵਿੱਚ, ਜਾਂ ਫਿਰ ਉਹ ਕਿਸੇ ਤੋਂ ਗੁੰਮਰਾਹ ਹੋ ਕੇ ਜਾਂ ਆਪਣੀ ਮਰਜ਼ੀ ਦੇ ਨਾਲ ਵੀ ਉੱਥੇ ਜਾ ਕੇ ਫਸ ਚੁੱਕੇ ਨੇ, ਠੀਕ ਆ। ਤੇ ਜੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮਦਦ ਦੀ ਜ਼ਰੂਰਤ ਆ ਮੇਰੇ ਵੱਲੋਂ ਤਾਂ ਮੈਂ ਪੂਰੇ ਕੋਸ਼ਿਸ਼ ਕਰੂੰਗਾ ਕਿ ਉਹਨਾਂ ਦੇ ਕੰਮ ਆ ਸਕਾਂ। ਤਾਂ ਚਾਹੇ ਉੱਥੇ TRC ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਚਾਹੇ ਆਪਣੀ ਕੰਟਰੀ ਨੂੰ ਵਾਪਸ ਮੁੜਨਾ ਚਾਹੁੰਦੇ ਹੋ, ਤੁਹਾਨੂੰ ਕੋਈ ਦਿੱਕਤ ਆ ਰਹੀ ਆ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਲਓ। ਮੈਂ ਤੁਹਾਡੀ ਜਿੰਨੀ ਹੋ ਸਕੇ ਕਾਨੂੰਨੀ ਤੌਰ ਦੇ ਉੱਤੇ ਪੂਰੀ ਮਦਦ ਕਰੂੰਗਾ। ਤਾਂ ਤੁਸੀਂ ਆਪਣੇ ਕੰਟਰੀ ਤੋਂ ਹੀ ਜੇ ਕਿਸੇ ਕੰਟਰੀ 'ਚ ਮੂਵ ਹੋਣਾ ਤੇ ਹੋਵੋ ਤਾਂ ਮੈਂ ਇਹੀ ਤੁਹਾਨੂੰ ਸਭ ਨੂੰ ਸਲਾਹ ਵਾ ਕਿ ਉੱਥੋਂ ਅੱਗੇ ਜਾਣ ਦਾ ਰਾਸਤਾ ਜਿਹੜਾ ਵਾ ਉਹ 99% ਕੋਈ ਰਾਸਤਾ ਨਹੀਂ ਹੈਗਾ। 1% ਚਾਂਸ ਇਹ ਹੈ ਜੇ ਤੁਹਾਡਾ ਪਾਸਪੋਰਟ ਆਲਰੇਡੀ ਟਰੈਵਲਡ ਆ ਤਾਂ। ਤੇ ਕੋਈ ਵੀ ਕਿਸੇ ਵੀ ਗਲਤ ਏਜੰਟਾਂ ਦੇ ਹੱਥਾਂ ਦੇ ਵਿੱਚ ਨਾ ਜਾਵੋ, ਤਾਂ ਉੱਥੋਂ ਮੂਵ ਹੋਣ ਦਾ ਕੋਈ ਰਸਤਾ ਨਹੀਂ। ਮੈਂ ਆਪਣੇ ਨੰਬਰ ਜਿਹੜੇ ਨੇ ਮੇਰੇ ਸਕਰੀਨ ਦੇ ਉੱਤੇ ਚੱਲ ਰਹੇ ਨੇ, ਅਗਰ ਕਿਸੇ ਨੂੰ ਵੀ ਮੇਰੀ ਕੋਈ ਹੈਲਪ ਦੀ ਜ਼ਰੂਰਤ ਆ ਤਾਂ ਤੁਸੀਂ ਮੇਰੇ ਨਾਲ ਜ਼ਰੂਰ ਸੰਪਰਕ ਕਰੋ, ਤਾਂ ਮੈਂ ਜਿੰਨੀ ਹੋ ਸਕੇ ਤੁਹਾਡੀ ਹੈਲਪ ਕਰੂੰਗਾ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ।